ਅੱਜ ਅਸੀਂ ਨਵਾਂ ਟੌਪਿਕ ਜਿਹੜਾ ਹੈ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਚੈਪਟਰ ਦੇ ਵਿੱਚ ਆਪਾਂ ਸਟੱਡੀ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਮੋਸ਼ਨਲ EMF। ਲਾਸਟ ਜਿਹੜਾ ਲੈਕਚਰ ਪਾਰਟ 2 ਸੀਗਾ, ਉਹਦੇ ਵਿੱਚ ਅਸੀਂ ਡਿਸਕਸ ਕੀਤਾ ਕਿ ਜੇਕਰ ਅਸੀਂ ਮੈਗਨੈਟਿਕ ਫਲਕਸ ਚੇਂਜ ਕਰਨਾ ਚਾਹੁੰਦੇ ਹਾਂ ਤੇ ਸਾਡੇ ਕੋਲ ਜਿਹੜੇ ਨੇ 3 ਤਰੀਕੇ ਦੇ ਨਾਲ ਅਸੀਂ ਚੇਂਜ ਕਰ ਸਕਦੇ ਹਾਂ। ਜਾਂ ਤੇ ਮੈਗਨੈਟਿਕ ਫੀਲਡ ਦੀ ਸਟਰੈਂਥ ਚੇਂਜ ਕਰ ਦਿਓ, ਮੈਗਨੇਟ ਨੂੰ ਕੋਇਲ ਦੇ ਲਾਗੇ ਖੜੋ ਜਾਂ ਦੂਰ ਖੜੋ। ਜਾਂ ਅਸੀਂ ਓਰੀਐਂਟੇਸ਼ਨ ਚੇਂਜ ਕਰਾਂਗੇ, ਕੋਇਲ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਅਸੀਂ ਰੋਟੇਟ ਕਰਦੇ ਹਾਂ, ਐਂਗਲ ਚੇਂਜ ਹੁੰਦਾ ਹੈ, ਤਾਂ ਵੀ ਅਸੀਂ ਮੈਗਨੈਟਿਕ ਫਲਕਸ ਜਿਹੜਾ ਹੈ ਚੇਂਜ ਕਰ ਸਕਦੇ ਹਾਂ। ਪਿਛਲੇ ਲੈਕਚਰ ਦੇ ਵਿੱਚ ਅਸੀਂ ਸਟੱਡੀ ਕੀਤਾ ਸੀ ਕਿ ਫਲਕਸ ਦਾ ਜਿਹੜਾ ਹੈ ਇਹ ਫਾਰਮੂਲਾ ਹੁੰਦਾ ਹੈ BA cos θ। ਜੇ ਫਾਈ ਚੇਂਜ ਕਰਨਾ ਹੈ ਜਾਂ ਤੇ B ਚੇਂਜ ਕਰੋ ਜਾਂ A ਚੇਂਜ ਕਰੋ ਜਾਂ ਓਰੀਐਂਟੇਸ਼ਨ ਜਿਹੜੀ ਹੈ ਉਹ ਚੇਂਜ ਕਰਾਂਗੇ। ਬੇਟਾ ਅੱਜ ਦਾ ਲੈਕਚਰ ਤਾਂ ਕਲੀਅਰ ਹੋਣਾ ਹੈ ਜੇ ਤੁਸੀਂ ਪਾਰਟ 2 ਚੰਗੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਸਮਝਿਆ ਹੋਇਆ। ਨਾਓ ਫਸਟ ਆਫ ਆਲ I will discuss what is motional EMF। ਇਹ ਉਹਦੀ ਡੈਫੀਨੇਸ਼ਨ ਹੈ। ਆਓ ਪਹਿਲਾਂ ਇਸ ਨੂੰ ਅਸੀਂ ਡਿਸਕਸ ਕਰੀਏ। The induced EMF produced due to the motion of a conductor। ਜਿਹੜਾ ਕੰਡਕਟਰ ਹੈ, ਮੰਨ ਲਓ ਸਾਡੇ ਕੋਲ ਇਹ ਕੰਡਕਟਰ ਹੈ, ਜਦੋਂ ਇਹਨੂੰ ਅਸੀਂ ਮੋਸ਼ਨ 'ਚ ਲੈ ਕੇ ਆਵਾਂਗੇ ਮੈਗਨੈਟਿਕ ਫੀਲਡ ਦੇ ਅੰਦਰ, ਜਦੋਂ ਇਸ ਨੂੰ ਅਸੀਂ ਮੂਵ ਕਰਾਂਗੇ ਕੰਡਕਟਰ ਨੂੰ ਮੈਗਨੈਟਿਕ ਫੀਲਡ ਦੇ ਅੰਦਰ, ਉਦੋਂ ਇਹਦੇ ਵਿੱਚ ਜਿਹੜੀ EMF ਪੈਦਾ ਹੋਏਗੀ ਇਹਦੇ ਐਂਡਸ ਦੇ ਉੱਪਰ, ਉਹਨੂੰ ਅਸੀਂ ਬੋਲਦੇ ਹਾਂ ਮੋਸ਼ਨਲ EMF। ਫਿਰ ਦੇਖੋ, induced EMF produced due to the motion of the conductor through a uniform magnetic field is called motional EMF। ਕੰਡਕਟਰ ਦੀ ਮੋਸ਼ਨ ਕਰਕੇ ਮੈਗਨੈਟਿਕ ਫੀਲਡ ਦੇ ਅੰਦਰ ਜਿਹੜੀ EMF ਇਸ ਕੰਡਕਟਰ ਦੇ ਐਂਡਸ ਤੇ ਪੈਦਾ ਹੋਏਗੀ ਉਸ ਨੂੰ ਅਸੀਂ ਬੋਲਦੇ ਹਾਂ ਮੋਸ਼ਨਲ EMF। ਆਓ ਇਸ ਨੂੰ ਜਿਹੜਾ ਹੈ ਅਸੀਂ ਡਿਸਕਸ ਕਰਦੇ ਹਾਂ। ਬੇਟਾ ਇਹ ਡਾਇਗਰਾਮ ਨੂੰ ਬੜੇ ਧਿਆਨ ਨਾਲ ਦੇਖਣਾ ਹੈ। ਇਸ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਾਡੇ ਕੋਲ ਅਸੀਂ ਇਹ ਕ੍ਰਾਸ ਦੇਖੋ, ਜਗ੍ਹਾ ਜਗ੍ਹਾ ਤੇ ਕ੍ਰਾਸ ਵਾਏ ਨੇ। ਕ੍ਰਾਸ ਦਾ ਮਤਲਬ ਹੈ ਕਿ ਮੈਗਨੈਟਿਕ ਫੀਲਡ ਜਿਹੜਾ ਹੈ ਅਸੀਂ ਰਿਪਰੈਜ਼ੈਂਟ ਕੀਤਾ ਹੈ। ਦਿਸ ਮੈਗਨੈਟਿਕ ਫੀਲਡ ਇਜ਼ ਪਰਪੈਂਡੀਕੁਲਰ ਇਨਵਰਡ। ਮੇਰੇ ਬਲੈਕ ਬੋਰਡ ਦੇ ਪਰਪੈਂਡੀਕੁਲਰ ਇਨਵਰਡ ਹੋਏਗਾ ਅੰਦਰ ਨੂੰ। ਜਦੋਂ ਤੁਸੀਂ ਕਾਪੀ ਦੇ ਉੱਤੇ ਇਹ ਡਾਇਗਰਾਮ ਬਣਾਓਗੇ, then you will say the magnetic field is perpendicular inward to the plane of paper। ਤੁਹਾਡੀ ਕਾਪੀ ਦੇ ਪੇਪਰ ਦੇ perpendicular inward ਹੋਏਗਾ ਥੱਲੇ ਨੂੰ। Now this is the uniform magnetic field which is acting perpendicularly to the plane of paper directed inward। ਇਸ uniform magnetic field ਦੇ ਅੰਦਰ ਮੈਂ ਇੱਕ ਦੇਖੋ rectangular shaped coil, this is a rectangular shaped coil, ਇਹਨੂੰ ਮੈਂ ਇਸ ਤਰ੍ਹਾਂ ਉਹਦੇ ਵਿੱਚ ਰੱਖ ਦਿੱਤਾ। ਕਹਿਣ ਦਾ ਮਤਲਬ ਹੈ ਕਿ ਮੈਗਨੈਟਿਕ ਫੀਲਡ ਮੰਨ ਲਓ ਨੀਚੇ ਨੂੰ ਲੱਗਾ ਹੈ ਤੇ ਆ ਮੇਰੇ ਕੋਲ ਇੱਕ ਰੈਕਟੈਂਗੂਲਰ ਸ਼ੇਪਡ ਕੋਇਲ ਹੈ, ਇਹਨੂੰ ਮੈਂ ਮੈਗਨੈਟਿਕ ਫੀਲਡ 'ਚ ਇਸ ਪੋਜੀਸ਼ਨ 'ਚ ਰੱਖਤਾ। ਮੈਗਨੈਟਿਕ ਫੀਲਡ ਇਜ਼ ਵਰਟੀਕਲੀ ਜਿਹੜਾ ਹੈ ਇਨਵਰਡ। ਜੇ ਇਹਦੀ ਗੱਲ ਕਰੀਏ, ਮੈਗਨੈਟਿਕ ਫੀਲਡ ਇਧਰ ਨੂੰ ਹੈ ਤੇ ਆ ਅਸੀਂ ਰੈਕਟੈਂਗੂਲਰ ਸ਼ੇਪਡ ਕੋਇਲ ਇਸ ਤਰ੍ਹਾਂ ਉਹਦੇ ਵਿੱਚ ਅਸੀਂ ਇਹਨੂੰ ਰੱਖ ਦਿੱਤਾ। ਨਾਓ this is a rectangular shaped coil। ਇੱਕ ਅਸੀਂ ਕ੍ਰਾਸ ਪੀਸ ਪਕੜਿਆ, ਇੱਕ ਵਾਇਰ ਪਕੜੀ, ਕਹਿਣ ਦਾ ਮਤਲਬ ਹੈ ਇੱਕ ਕੰਡਕਟਰ ਪਕੜਿਆ। ਇਸ ਕੰਡਕਟਰ ਨੂੰ ਇਸ ਰੈਕਟੈਂਗੂਲਰ ਜਿਹੜਾ ਫਰੇਮ ਹੈ ਇਹਦੇ ਉੱਤੇ ਮੈਂ ਰੱਖ ਦਿੱਤਾ ਹੈ। ਆ ਜਿਹੜਾ PS ਹੈ, ਇੱਕ ਕੰਡਕਟਰ ਹੈ ਆ ਵਾਲਾ, ਇਹਨੂੰ ਮੈਂ ਜਸਟ ਫਰੇਮ ਦੇ ਉੱਪਰ ਰੱਖਿਆ। ਇਹਦੇ ਨਾਲ ਹੈ ਕੋਈ ਵੈਲਡਡ ਨਹੀਂ ਹੈ, ਕੋਈ ਜੋੜਿਆ ਨਹੀਂ ਹੈ, ਇੱਕ ਜਸਟ ਇੱਕ ਕ੍ਰਾਸ ਪੀਸ ਹੈ ਜਿਹਨੂੰ ਅਸੀਂ ਇਹਦੇ ਉੱਪਰ ਰੱਖਤਾ। ਮੰਨ ਲਓ ਵੀ ਆ ਸਾਡਾ ਰੈਕਟੈਂਗੂਲਰ ਫਰੇਮ ਹੈ ਤੇ ਅਸੀਂ ਇਸ ਤਰ੍ਹਾਂ ਇਹ ਵਾਇਰ ਜਿਹੜੀ ਹੈ ਇਹਦੇ ਉੱਪਰ ਅਸੀਂ ਰੱਖ ਦਿੱਤੀ ਹੈ। This is a rectangular frame and we place the wire just like this। Now
ਜਦੋਂ ਇਹ क्रॉस पीस PS मैं इस फ्रेम ਦੇ ਉੱਪਰ ਰੱਖ ਦਿੱਤਾ तो ਤੁਸੀਂ ਨੋਟ ਕਰੋ ਇਹ ਏਰੀਆ ਇੱਕ ਰੈਕਟੈਂਗਲ ਨੇ ਆਪਣੇ ਅੰਡਰ ਕਵਰ ਕਰ ਲਿਆ। ਆ ਹੈਗਾ ਸਾਡਾ ਏਰੀਆ ਜਿਹੜਾ ਇੱਕ ਰੈਕਟੈਂਗਲ ਨੇ ਕਵਰ ਕੀਤਾ ਤੇ ਰੈਕਟੈਂਗਲ ਦਾ ਨਾਮ ਕੀ ਹੈ PQRS। this is the area enclosed by the rectangle। ਜਿਹੜਾ ਰੈਕਟੈਂਗੂਲਰ ਕੋਇਲ ਹੈ ਉਹਦਾ ਜਿਹੜਾ ਏਰੀਆ ਹੈ ਉਹਨੂੰ ਅਸੀਂ ਲਿਖ ਦਿੰਦੇ ਆ A। ਹਾਂਜੀ ਬੇਟਾ ਕਲੀਅਰ। ਤੇ ਵਿੱਚੋਂ ਅਸੀਂ ਇਹਦੀ ਲੈਂਥ ਕਿੰਨੀ ਮੰਨ ਲਈ L। ਜੇ ਆ L ਹੈ ਤੇ ਸਾਡੀ ਵਾਇਰ ਦੀ ਲੈਂਥ ਵੀ ਕਿੰਨੀ ਹੈ L। ਤੇ ਇਧਰੋਂ ਅਸੀਂ ਉਹਦੀ ਬ੍ਰੈਡਥ ਲਿਖ ਦਿੱਤੀ ਹੈ ਕਿੰਨੀ X। ਤੇ ਸਾਡੇ ਕੋਲ ਬੇਟਾ ਦੱਸੋ ਏਰੀਆ ਕਿੰਨਾ ਹੋਏਗਾ LX। ਏਰੀਆ ਦਾ ਫਾਰਮੂਲਾ ਲੈਂਥ ਇਨਟੂ ਬ੍ਰੈਡਥ। ਹਾਂਜੀ ਬੇਟਾ ਕਲੀਅਰ। ਮੈਗਨੈਟਿਕ ਫੀਲਡ ਕਿੱਧਰ ਹੈ ਪਰਪੈਂਡੀਕੁਲਰਲੀ ਇਨਵਰਡ। ਵਿੱਚ ਕੀ ਰੱਖਿਆ ਹੈ ਇੱਕ ਰੈਕਟੈਂਗੂਲਰ ਫਰੇਮ। ਉਸ ਰੈਕਟੈਂਗੂਲਰ ਫਰੇਮ ਦੇ ਉੱਪਰ ਕੀ ਰੱਖਿਆ ਹੈ क्रॉस ਪੀਸ ਵਾਇਰ। ਕੀ ਨਾਮ ਹੈ ਉਹਦਾ PS। ਤੇ ਜਦੋਂ ਮੈਂ ਇਹਦੇ ਉੱਪਰ ਰੱਖਿਆ ਤੇ ਇੰਨਾ ਏਰੀਆ ਉਹਨੇ ਆਪਣੇ ਅੰਡਰ ਕਵਰ ਕਰ ਲਿਆ ਤੇ ਉਹ ਏਰੀਆ ਕਿੰਨਾ ਹੈ A। ਤੇ A ਦੀ ਵੈਲਿਊ ਕਿੰਨੀ ਹੈ ਬੇਟਾ ਲੈਂਥ ਇਨਟੂ ਬ੍ਰੈਡਥ ਕਰੀਏ ਤੇ ਸਾਡੇ ਕੋਲ ਆਏਗੀ LX। this is the area enclosed by the conductor। ਹਾਂਜੀ ਬੇਟਾ ਇੰਨਾ ਕਲੀਅਰ। ਨਾਓ ਅਸੀਂ ਗੱਲ ਕਰ ਰਹੇ ਹਾਂ ਮੋਸ਼ਨਲ EMF। ਹੁਣ ਕੀ ਕੀਤਾ ਇਸ ਕੰਡਕਟਰ ਨੂੰ ਅਸੀਂ ਲੈਫਟ ਸਾਈਡ ਵੱਲ ਅਸੀਂ ਦੇਖੋ ਮੂਵ ਕਰਾਇਆ। ਆ ਜਿਹੜਾ ਕੰਡਕਟਰ ਹੈ ਲਾਈਕ ਦਿਸ ਮੰਨ ਲਓ ਆ ਕੰਡਕਟਰ ਹੈ ਇਹਨੂੰ ਅਸੀਂ ਇਧਰ ਨੂੰ ਮੂਵ ਕਰਨਾ ਸ਼ੁਰੂ ਕਰਤਾ ਵਿਦ ਵੈਲੋਸਿਟੀ v। ਇਹਨੂੰ ਅਸੀਂ ਮੋਸ਼ਨ ਚ ਲੈ ਕੇ ਆਏ। ਇਧਰ ਨੂੰ ਅਸੀਂ ਇਹਨੂੰ ਲੈ ਕੇ ਆ ਰਹੇ ਹਾਂ ਕਿੰਨੀ ਵੈਲੋਸਿਟੀ ਨਾਲ v ਵੈਲੋਸਿਟੀ ਦੇ ਨਾਲ ਆਪਾਂ ਇਹਨੂੰ ਇਧਰ ਲੈਣਾ ਸ਼ੁਰੂ ਕੀਤਾ। ਨਾਓ ਵਾਟ ਵਿਲ ਹੈਪਨ। ਹੁਣ ਜਰਾ ਸੋਚੋ ਕਿ ਜਦੋਂ ਇਸ ਕੰਡਕਟਰ ਨੂੰ ਅਸੀਂ ਇਧਰ ਨੂੰ ਲੈ ਕੇ ਆਵਾਂਗੇ ਏਰੀਆ ਜਿਹੜਾ A ਹੈ ਆ ਵਾਲਾ ਏਰੀਆ ਇੰਕਰੀਜ਼ ਹੋਏਗਾ ਕਿ ਡਿਕਰੀਜ਼ ਹੋਏਗਾ। ਸਾਨੂੰ ਪਤਾ ਹੈ ਫਲਕਸ ਦਾ ਫਾਰਮੂਲਾ BA cos theta। now when this conductor PS moves towards left ਜਦੋਂ ਇਹਨੂੰ ਅਸੀਂ ਲੈਫਟ ਵਾਲੇ ਪਾਸੇ ਲੈ ਕੇ ਆਏ then what will happen। suppose ਇੱਥੇ ਆ ਗਿਆ ਮੰਨ ਲਓ ਵੀ ਇੱਥੇ ਆ ਜਾਂਦਾ ਹੈ PS ਇੱਥੇ ਆ ਗਿਆ। ਏਰੀਆ ਕੀ ਹੋ ਗਿਆ ਪਹਿਲਾਂ ਇੰਨਾ ਏਰੀਆ ਸੀ ਹੁਣ ਏਰੀਆ ਡਿਕਰੀਜ਼ ਹੋ ਗਿਆ। ਕਹਿਣ ਦਾ ਮਤਲਬ ਹੈ ਜਦੋਂ ਅਸੀਂ ਇਸ ਜਿਹੜਾ क्रॉस ਪੀਸ ਹੈ PS ਇਹਨੂੰ ਲੈਫਟ ਵਾਲੇ ਪਾਸੇ ਮੂਵ ਕਰਾਵਾਂਗੇ then what will happen ਏਰੀਆ will decrease। ਜੇ ਏਰੀਆ ਚੇਂਜ ਹੋਏਗਾ ਕੱਲ ਵੀ ਡਿਸਕਸ ਕੀਤਾ ਜੇ ਏਰੀਆ ਚੇਂਜ ਹੋਏਗਾ ਤੇ ਸਾਡੇ ਕੋਲ ਫਾਈ ਚੇਂਜ ਹੋਏਗਾ ਤੇ ਜੇ ਫਾਈ ਚੇਂਜ ਹੋਏਗਾ ਤੇ ਸਾਡੇ ਕੋਲ ਸਾਨੂੰ ਪਤਾ ਹੀ ਹੈ ਜੇ ਫਾਈ ਚੇਂਜ ਹੋਏਗਾ ਤੇ ਸਾਡੀ ਜਿਹੜੀ ਹੈ ਇੰਡਿਊਸਡ EMF ਪੈਦਾ ਹੋ ਜਾਏਗੀ ਤੇ ਜਿਹੜੀ ਇੰਡਿਊਸਡ EMF ਹੁਣ ਪੈਦਾ ਹੋਏਗੀ ਇਹਦੀ ਮੋਸ਼ਨ ਕਰਕੇ ਉਹਦਾ ਨਾਮ ਕੀ ਹੋਏਗਾ ਸਾਡੇ ਕੋਲ ਹੋਏਗਾ ਮੋਸ਼ਨਲ EMF। that will be the motional EMF produced in the conductor। I think ਤੁਹਾਨੂੰ ਸਾਰਾ ਟੌਪਿਕ ਕਲੀਅਰ ਹੋ ਗਿਆ। ਹੁਣ ਜਸਟ ਇਹਦਾ ਅਸੀਂ ਐਕਸਪ੍ਰੈਸ਼ਨ ਹੀ ਆਪਾਂ ਜਸਟ ਡਰਾਈਵ ਕਰਾਂਗੇ। ਹਾਂਜੀ ਬੇਟਾ ਕਲੀਅਰ। ਹੁਣ ਦੱਸੋ ਪਹਿਲਾਂ ਏਰੀਆ ਕਿੰਨਾ ਇਨਕਲੋਜ਼ ਸੀਗਾ ਏਰੀਆ ਇਨਕਲੋਜ਼ ਸੀਗਾ LX। ਹਾਂਜੀ ਬੇਟਾ ਕਲੀਅਰ। ਨਾਓ ਮੈਗਨੈਟਿਕ ਫਲਕਸ ਇਥੋਂ ਅਸੀਂ ਇਹਦਾ ਇਹ ਡੈਫੀਨੇਸ਼ਨ ਹੈ ਅੱਗੇ ਉਹਦਾ ਐਕਸਪ੍ਰੈਸ਼ਨ ਮੈਂ ਲਿਖਣ ਲੱਗਾ ਮੈਗਨੈਟਿਕ ਫਲਕਸ ਜਿਹੜਾ ਲਿੰਕਡ ਵਿਦ ਦਾ ਕੋਇਲ। ਮੈਗਨੈਟਿਕ ਫਲਕਸ linked with coil। ਕਿਹੜਾ coil ਹੈ PQRS। magnetic flux linked with the coil is equal to phi। magnetic flux ਕਿੰਨਾ ਹੈ ਸਾਡੇ ਕੋਲ linked with the coil it is phi and it is given by ਇਹ ਕਿੰਨਾ ਹੋਏਗਾ phi will be BA cos theta। magnetic flux linked with the coil is equal to phi and phi is given by BA cos theta। but theta is equal to 0 degree। theta कितना साढ़े को 0 degree क्यों magnetic field किधर है perpendicular inward ਤੇ ਇਹਦੇ ਉੱਤੇ ਜਿਹੜਾ ਨਾਰਮਲ ਡਰਾ ਕਰੋਗੇ ਜਿਹਨੂੰ ਏਰੀਆ ਵੈਕਟਰ ਬੋਲਦੇ ਆ ਉਹ ਵੀ perpendicular inward
दोनों विच एंगल दोनों की डायरेक्शन सेम होने करके एंगल कितना हो गया 0। नाउ थीटा इक्वल टू 0 डिग्री, देयरफॉर साडे कोल जिहड़ा फाई की वैल्यू बन जाएगी BA cos 0 ते cos 0 कितना होंदा है 1 ते मैग्नेटिक फ्लक्स जिहड़ा है लिंक्ड विद द कोइल कितना आ जाएगा साडे कोल BA और फाई इक्वल टू BLX। क्यों? बिकॉज साडे कोल एरिया कितना है LX। तो पहले समझाया सी कि एरिया कितना कोइल दा लेंथ इनटू ब्रेथ, एरिया की जगह ते साडे कोल आ गया LX। दिस इज द मैग्नेटिक फ्लक्स लिंक्ड विद द कोइल। यह साडे कोइल दे नाल मैग्नेटिक फ्लक्स जिहड़ा है वो लिंक कर गया। नाउ when we move the वायर, केड़ी वायर ਨੂੰ ਅਸੀਂ मूव करते हैं PS, ਜਿਹੜੀ ਵਾਇਰ PS है ਇਹਨੂੰ ਅਸੀਂ मूव करते हैं with velocity V किधर ਨੂੰ टुवार्ड्स लेफ्ट, ਇਹਨੂੰ ਅਸੀਂ ਬਿਲਕੁਲ ਇਹਦੇ ਲੈਫਟ मूव करते हैं पैरेलल टू QR, बिल्कुल ਇਹਦੇ पैरेलल रखना है QR ਦੇ बिल्कुल पैरेलल मूव करना है, पैरेलल टू QR। देन फिर की होएगा ਜਦੋਂ ਅਸੀਂ ਇਹਨੂੰ ਉਧਰ मूव करांगे एरिया ਜਿਹੜਾ है लिंक्ड विद द कोइल इंक्रीज और डिक्रीज। ਇਸ ਤੋਂ ਬੇਟਾ ਤੁਸੀਂ ਦਾਖ ਲਿਓ। ਹੁਣ ਦੱਸੋ ਕੀ ਹੋਏਗਾ एरिया ऑफ द कोइल लिंक्ड इंक्रीज होएगा कि डिक्रीज होएगा? सोचो ਜਦੋਂ ਇਹਨੂੰ ਅਸੀਂ ਲੈਫਟ मूव करांगे then एरिया ऑफ कोइल ਜਿਹੜਾ लिंक्ड विद ਕਾਹਦੇ ਨਾਲ लिंक करता है मैग्नेटिक फ्लक्स डिक्रीजेस। ਇਹ ਜਿਹੜਾ ਏਰੀਆ ਹੈ ਸਾਡਾ ਡਿਕਰੀਜ਼ ਹੋ ਜਾਏਗਾ ਜਦੋਂ ਅਸੀਂ ਇਹਨੂੰ मूव ਕਰਾਂਗੇ। ਕਿਉਂ? ਜਿਉਂ-ਜਿਉਂ ਇਹਨੂੰ ਆਓਗੇ ਤੇ x ਵਿੱਚ ਚੇਂਜ ਆਏਗੀ ਕਿ l ਵਿੱਚ ਆਏਗੀ? l ਤੇ ਉਨਾ ਹੀ ਹੈ। ਜਿਉਂ-ਜਿਉਂ ਇੱਧਰ ਆਏਗਾ x ਸਾਡਾ ਘਟਦਾ ਜਾਏਗਾ, x ਵਿੱਚ ਫਰਕ ਪਏਗਾ ਬੇਟਾ, l ਵਿੱਚ ਨਹੀਂ ਫਰਕ ਪੈਣਾ। l ਤੇ ਉਨਾ ਹੀ ਹੈ, ਦੇਖੋ ਲੈਂਥ ਉਨੀ ਹੈ। ਜਸਟ ਇਹਨੂੰ ਇੱਧਰ ਆਓਗੇ ਆ x ਜਿਹੜਾ ਹੈ ਸਾਡਾ ਘਟਦਾ ਜਾਏਗਾ, ਇੱਥੇ ਪਹੁੰਚੇਗਾ ਤੇ x ਹੋਰ ਘਟ ਗਿਆ। ਦੈਨ area of the coil linked with the magnetic flux decreases due to किदे करके due to change in the value of x। x ਦੀ ਵੈਲਿਊ ਦੇ ਵਿੱਚ ਜਿਹੜੀ ਚੇਂਜ ਆ ਰਹੀ ਹੈ ਉਹਦੇ ਕਰਕੇ ਸਾਡੇ ਕੋਲ ਏਰੀਆ ਦੇ ਵਿੱਚ ਕੀ ਪੈ ਜਾਏਗਾ, ਸਾਡੇ ਕੋਲ ਫਰਕ ਪੈ ਜਾਏਗਾ। ਆਈ ਥਿੰਕ ਕਿ ਤੁਹਾਨੂੰ ਆ ਜਿਹੜਾ ਹੈ ਇੱਥੋਂ ਤੱਕ ਕਲੀਅਰ ਹੋ ਗਿਆ ਸਾਰਾ ਕਿ ਏਰੀਏ ਦੇ ਵਿੱਚ ਜਿਹੜਾ ਹੈ ਸਾਡੇ ਕੋਲ ਉਹ ਚੇਂਜ ਆ ਜਾਏਗੀ ਡਿਊ ਟੂ ਚੇਂਜ ਇਨ ਦਾ ਵੈਲਿਊ ਆਫ x। therefore according to Faraday second law, Faraday second law ਦੇ ਅਕੋਰਡਿੰਗ ਕੀ ਹੋਏਗਾ? Faraday second law ਕੀ ਕਹਿੰਦਾ ਹੈ? E will be equal to minus d phi by dt। E ਦੀ ਵੈਲਿਊ ਆਏਗੀ minus d phi by dt और E equal to minus d by dt। phi ਦੀ ਵੈਲਿਊ ਅਸੀਂ ਪੁੱਟ ਕਰ ਦਾਂਗੇ। phi ਦੀ ਵੈਲਿਊ ਕਿੰਨੀ ਸੀ ਆਪਾਂ ਇਕੁਏਸ਼ਨ ਨੰਬਰ 1 ਦੇ ਵਿੱਚ ਆਪਾਂ ਹੁਣੇ ਸਟੱਡੀ ਕੀਤੀ। ਇੱਕ ਸਾਡੇ ਕੋਲ B ਸੀ, ਇੱਕ L ਸੀ ਤੇ ਇੱਕ ਕੀ ਸਾਡੇ ਕੋਲ ਸੀਗਾ L, BLX। ਹੁਣ ਇਹਦੇ ਵਿੱਚੋਂ ਅਸੀਂ ਕਾਂਸਟੈਂਟ ਚੀਜ਼ ਬਾਹਰ ਕੱਢ ਦਿੰਨੇ ਆ B ਬਾਰ, ਕਿਉਂਕਿ ਮੈਗਨੈਟਿਕ ਫੀਲਡ ਸਾਡਾ ਯੂਨੀਫਾਰਮ, ਉਹ ਡਿਫਰੈਂਸ਼ੀਏਸ਼ਨ ਚ ਬਾਹਰ। ਲੈਂਥ ਵਿੱਚ ਕੋਈ ਫਰਕ ਨਹੀਂ ਪੈਣੀ, ਆ ਸਾਡੀ ਲੈਂਥ ਓਨੀ ਹੀ ਰਹੇਗੀ, L ਬਾਰ ਆ ਗਿਆ। ਤੇ ਬਾਕੀ ਜਿਹੜਾ ਹੈ ਅੰਦਰ ਅਸੀਂ ਕਿੰਨੂੰ ਰੱਖਾਂਗੇ? ਅੰਦਰ ਆ ਜਾਏਗਾ ਸਾਡੇ ਕੋਲ ਸਿਰਫ x, ਕਿਉਂਕਿ x ਵਿੱਚ ਚੇਂਜ ਆਣੀ ਹੈ। ਜਿਉਂ-ਜਿਉਂ ਇਹ y ਬੇਟਾ ਇੱਧਰ ਆਏਗੀ ਨਾ, ਤੁਹਾਡਾ x ਜਿਹੜਾ ਘਟਦਾ ਜਾਏਗਾ, x ਘਟਣ ਕਰਕੇ ਏਰੀਆ 'ਚ ਫਰਕ ਪੈਂਦਾ ਜਾਏਗਾ। ਆਈ ਥਿੰਕ ਕਿ ਤੁਹਾਨੂੰ ਇੱਥੋਂ ਤੱਕ ਜਿਹੜਾ ਹੈ ਕਲੀਅਰ ਹੋ ਗਿਆ। ਨਾਓ what is dx by dt? बेटा what
V is equal to minus dx by dt. The rate of change of displacement, ਜਿਹੜੀ ਆ displacement ਹੋ ਰਹੀ ਹੈ, ਦੇਖੋ x ਵਿੱਚ ਫਰਕ ਪੈ ਰਿਹਾ ਹੈ, ਇਹ decrease ਹੋ ਰਹੀ ਹੈ ਨਾ, x decrease ਹੋ ਰਿਹਾ, ਇਸ ਕਰਕੇ ਅਸੀਂ ਮਾਈਨਸ ਦਾ ਸਾਈਨ ਵਿੱਚ ਇੰਕਲੂਡ ਕੀਤਾ, but rate of change of displacement it will become speed of the conductor, यानी कि velocity ਜਿਹੜੀ है, therefore E will be equal to, ਪਹਿਲਾਂ ਤੇ B ਲਿਖ ਲੈਂਦੇ ਆ, फिर असी L लिख लेने आ, ते बाकी देखो माइनस dx by dt, माइनस dx by dt की जगह ते की आ गया साडे कोल V. This is the formula for induced EMF. यह साडा जिहड़ा है formula है जिहड़ी EMF पैदा हुई, motional EMF, इनू असी बोलते हैं motional EMF. बेटा ਇਹ ਮੋਸ਼ਨਲ EMF ਜਿਹੜੀ ਹੈ ਉਹ ਕੰਡਕਟਰ ਦੇ ਵਿੱਚ ਪੈਦਾ ਹੁੰਦੀ ਹੈ, ਕਿਹੜੇ ਕਿਹੜੇ ਫੈਕਟਰ ਤੇ ਡਿਪੈਂਡ ਕਰਦੀ ਹੈ? ਮੋਸ਼ਨਲ EMF ਡਿਪੈਂਡਸ ਅਪਨ ਦਾ ਮੈਗਨੀਟਿਊਡ ਆਫ ਮੈਗਨੈਟਿਕ ਫੀਲਡ, ਕਿ ਤੁਸੀਂ ਮੈਗਨੈਟਿਕ ਫੀਲਡ ਕਿੰਨਾ ਸਟਰੋਂਗ ਲਗਾਉਂਦੇ। ਇਟ ਆਲਸੋ ਡਿਪੈਂਡ ਅਪਨ ਦਾ ਲੈਂਥ ਆਫ ਦਾ ਵਾਇਰ, ਜਿਹੜੀ ਵਾਇਰ ਨੂੰ ਮੂਵ ਕਰ ਰਿਹਾ PS, ਇਹਦੀ ਲੈਂਥ ਦੇ ਉੱਤੇ ਡਿਪੈਂਡ ਕਰਦਾ ਹੈ। ਤੁਸੀਂ ਸੋਚਦੇ ਹੋ ਕਿ ਲੈਂਥ ਇੱਥੇ ਲਿਖੀ ਸੀ, ਬੇਟਾ ਰੈਕਟੈਂਗਲ ਦੀ ਆਮੋ ਸਾਹਮਣੀ ਸਾਈਡਾਂ ਬਰਾਬਰ ਹੁੰਦੀਆਂ, ਇਹਦੀ ਵੀ ਲੈਂਥ ਕਿੰਨੀ ਹੈ? L। ਲੈਂਥ ਤੇ ਡਿਪੈਂਡ ਕਰਦੀ ਹੈ ਤੇ ਨਾਲੇ ਡਿਪੈਂਡ ਕਰਦੀ ਹੈ V ਤੇ। ਜਿੰਨਾ ਫਾਸਟ ਮੂਵ ਕਰੋਗੇ ਇਸ ਕੰਡਕਟਰ ਨੂੰ, ਓਨੀ ਜ਼ਿਆਦਾ ਸਾਡੀ ਜਿਹੜੀ ਹੈ ਉਹ ਮੋਸ਼ਨਲ EMF ਜਿਹੜੀ ਹੈ ਇਹਦੇ ਵਿੱਚ ਉਹ ਪੈਦਾ ਹੋਏਗੀ। ਨਾਓ ਇਥੋਂ ਤੱਕ ਜਿਹੜਾ ਹੈ ਤੁਹਾਨੂੰ ਕਲੀਅਰ ਹੋ ਗਿਆ। ਇਸ ਤੋਂ ਬਾਅਦ ਸਾਡਾ ਜਿਹੜਾ ਨੈਕਸਟ ਟੌਪਿਕ ਹੈ ਉਹ ਅਸੀਂ ਹੁਣ ਕਰਨ ਲੱਗੇ ਹਾਂ ਕਿ ਇੱਕ ਰॉड ਹੋਏਗੀ ਸਾਡੇ ਕੋਲ, ਰॉड। ਉਸ ਰॉड ਨੂੰ ਯੂਨੀਫਾਰਮ ਮੈਗਨੈਟਿਕ ਫੀਲਡ ਵਿੱਚ ਆਪਾਂ ਰੋਟੇਟ ਕਰਨਾ ਹੈ। ਇਹਨੂੰ ਤੇ ਅਸੀਂ ਜਸਟ ਮੂਵ ਕੀਤਾ ਸੀ ਬਿਲਕੁਲ। ਹੁਣ ਰॉड ਨੂੰ ਪਕੜ ਕੇ ਅਸੀਂ ਕੀ ਕਰਾਂਗੇ? ਮੈਗਨੈਟਿਕ ਫੀਲਡ ਦੇ ਵਿੱਚ ਉਹਨੂੰ ਰੋਟੇਟ ਕਰਾਂਗੇ। ਜਦੋਂ ਰੋਟੇਟ ਕਰਾਂਗੇ ਉਦੋਂ ਵੀ ਰॉड ਦੇ ਵਿੱਚ ਜਿਹੜੀ ਹੈ ਇਹਦੇ ਐਂਡਸ ਉੱਪਰ EMF ਜਿਹੜੀ ਹੈ ਉਹ ਪੈਦਾ ਹੋਏਗੀ। ਆਓ ਇਹਦੇ ਬਾਰੇ ਅਸੀਂ डिस्कस कर रही है। सब ना पहला मैं जी यदि डायग्राम्स जी मैं वो बना लेना। नाउ सैकंड जिहड़ा साडा टॉपिक है मोशनल EMF इन अ कंडक्टिंग रॉड रोटेटेड इन मैग्नेटिक फील्ड। हुण असी रॉड नूं जिहड़ा है रोटेट करना है मैग्नेटिक फील्ड दे विच। मान लो कि साडे कोल मैग्नेटिक फील्ड असी लगाया बिल्कुल परपेंडिकुलर टू द प्लेन ऑफ पेपर डायरेक्टेड इनवर्ड। ਇਹ ਪਹਿਲਾਂ ਵੀ ਡਿਸਕਸ ਕੀਤਾ ਕਿ ਕ੍ਰਾਸ ਲਗਾਏ ਨੇ। ਇਹ ਸਾਡਾ ਹੈਗਾ ਮੈਗਨੈਟਿਕ ਫੀਲਡ, ਇਹਦੀ ਡਾਇਰੈਕਸ਼ਨ ਕਿੱਧਰ ਹੈ? ਪਰਪੈਂਡੀਕੁਲਰ ਇਨਵਰਡ। ਨਾਓ ਦਿਸ ਇਜ਼ ਅ ਕੰਡਕਟਿੰਗ ਰਿੰਗ। ਇਹ ਇੱਕ ਕੰਡਕਟਿੰਗ ਰਿੰਗ ਹੈ ਤੇ ਸਾਡੇ ਕੋਲ ਆ ਹੈਗੀ ਹੈ ਰॉड। ਬਿਲਕੁਲ ਆ ਸੈਂਟਰ ਹੈ ਰਿੰਗ ਦਾ, ਸੈਂਟਰ O, ਤੇ ਇਹ ਜਿਹੜੀ ਰॉड ਹੈ ਇਹ ਰਿੰਗ ਦਾ ਇੱਕ ਕਿਸਮ ਦਾ ਸਾਡੇ ਕੋਲ ਹੈ ਰੇਡੀਅਸ। PQ ਜਿਹੜੀ ਰॉड ਹੈ ਇਹਨੂੰ ਅਸੀਂ ਮੈਗਨੈਟਿਕ ਫੀਲਡ ਦੇ ਵਿੱਚ ਅਸੀਂ ਰੋਟੇਟ ਕਰਨਾ ਹੈ ਲਾਈਕ ਦਿਸ। ਪਹਿਲਾ ਰॉड ਪਈ ਸੀ PQ ਅਲੋਂਗ ਦਿਸ ਸਾਈਡ, ਬਾਅਦ ਚੋਂ ਇਹਨੂੰ ਰੋਟੇਟ ਕੀਤਾ, ਉਸ ਤੋਂ ਬਾਅਦ ਰॉड ਮੇਰੀ ਨਵੀਂ ਪੋਜੀਸ਼ਨ ਤੇ ਆ ਗਈ PQ ਡੈਸ਼। ਕਿੰਨੀ ਵੈਲੋਸਿਟੀ ਦੇ ਨਾਲ ਨੂੰ ਆਪਾਂ ਰੋਟੇਟ ਕਰ ਰਹੇ ਹਾਂ? ਓਮੇਗਾ। ਕਿੰਨੀ ਵੈਲੋਸਿਟੀ ਨਾਲ ਰੋਟੇਟ ਕਰ ਰਹੇ ਹਾਂ? एंगुलर वेलोसिटी साडी कितनी हैगी है? ओमेगा। नाउ पहला रॉड की पोजीशन दसो। दिस इज अ रॉड PQ, कंडक्टिंग रॉड केड़ी है? PQ। इनू कितनी एंगुलर वेलोसिटी ना रोटेट कीता? ओमेगा। आफ्टर टाइम T टाइम बाद रॉड किथे पहुंच गई? नवी पोजीशन PQ डैश, ओ PQ डैश ते पहुंच गई ਤੇ ਉਹਨੇ ਕਿੰਨਾ ਐਂਗਲ ਅੰਦਰ ਕਵਰ ਕੀਤਾ? ਉਹ ਐਂਗਲ ਕਵਰ ਕੀਤਾ ਅਲਫਾ। ਤੇ ਜਿਹੜਾ ਆ ਐਂਗਲ ਹੈ ਇਸ ਨੂੰ ਅਸੀਂ ਬੋਲਦੇ ਹਾਂ ਐਂਗੂਲਰ ਡਿਸਪਲੇਸਮੈਂਟ। ਦਿਸ ਇਜ਼ ਅ ਐਂਗੂਲਰ ਡਿਸਪਲੇਸਮੈਂਟ, ਦਿਸ ਇਜ਼ ਅ ਐਂਗੂਲਰ ਵੈਲੋਸਿਟੀ। ਇਹ ਦੋਨਾਂ ਨੇ ਇਕੱਠਾ ਰਲ ਕੇ ਜਿਹੜਾ ਟਾਈਮ T ਦੇ ਵਿੱਚ ਜਿਹੜਾ ਹੈ ਉਹ ਕਵਰ ਕੀਤਾ ਐਂਗਲ ਨੂੰ ਓਮੇਗਾ। ਨਾਓ ਜਦੋਂ ਰॉड ਇਥੋਂ ਇੱਥੇ ਪਹੁੰਚੀ, इस रॉड ने अपने अंडर देखो ध्यान दे नाल आ एरिया अपने अंडर इन्हें कवर कर लिया। ज्यों ज्यों रॉड
इधर जाती जाएगी, आ एरिया जिहड़ा है साडा वधदा जाएगा। ज्यों ज्यों रोटेट होएगी रॉड, देखो इन्नी रोटेट हुई है, इन्ना क एरिया, ज्यों ज्यों रॉड जिहड़ी है रोटेट होएगी, आ एरिया इनक्लोज्ड जिहड़ा है वो इंक्रीज होंदा जाएगा। ते जे एरिया इंक्रीज होंदा जाएगा, साडा मैग्नेटिक फ्लक्स जिहड़ा है वो चेंज होंदा जाएगा, क्योंकि असी पिछे भी डिस्कस किया कि मैग्नेटिक फ्लक्स नू चेंज करन दा तरीका साडे कोल एरिया भी हैगा। नाउ ज्यों ज्यों रोटेट करोगे रॉड नू, ए चेंज होएगा, ए चेंज होने दे नाल साडे कोल जिहड़ा है वो फाई जिहड़ा है साडा वो चेंज होंदा जाएगा। आओ इस आर्टिकल नू असी जिहड़ा है हुण असी प्रूव करदे हां, ते बाकी जिहड़ा है च फैराडे सैकंड लॉ ही आपां अप्लाई करना है। की लिखांगे, लेट अस कंसीडर, मान लो रॉड, केड़ी रॉड हैगी है पी क्यू, ऑफ लेंथ कितनी है देखो ओदी एल, लेंथ कितनी है रॉड दी एल, इज रोटेटेड विद एंगुलर वेलोसिटी ओमेगा, कादे विच इन यूनिफॉर्म magnetic field which is perpendicular to the plane of paper directed inward, perpendicular to the plane of paper directed inward। साडे कोल क्लीयर हो गया। ए मैं जो दसिया तुहानूं लिखता कि मान लो साडे कोल एक रॉड है पी क्यू जिहदी लेंथ एल है, इनू रोटेट कीता विद एंगुलर वेलोसिटी ओमेगा इन ए यूनिफॉर्म मैग्नेटिक फील्ड विच इज परपेंडिकुलर टू द प्लेन ऑफ पेपर डायरेक्टेड इनवर्ड। देन सपोज after time t there is angular displacement, alpha। आफ्टर टाइम t साडे कोल एंगुलर डिस्प्लेसमेंट कितनी है, मान लो साडे कोल हैगी है अल्फा। देन जे एंगुलर डिस्प्लेसमेंट अल्फा है, नाउ एरिया enclosed in loop P Q Q dash। हुण कितना एरिया इंक्लोज होया P Q तो लैके इथों तक, आ वाला असी जिहड़ा एरिया जिहड़ा है निकालना है। एरिया इंक्लोज इन द लूप P Q Q dash वो कितना आएगा, इक्वल टू 1/2 इंटू एल ते मल्टीप्लाई असी कर दांगे अल्फा एल दे नाल। आ एंगल कितना है साडे कोल, दिस एंगल इज अल्फा। नाउ ए फार्मूला किस तरह आया, 1/2 एल इंटू एल अल्फा। आओ ये बारे असी डिस्कस करते हैं। आ देखो बेटा ध्यान नाल, मान लो भी असी आ डायग्राम बना ली, दिस इज एंगल अल्फा, ते आ साडा सेंटर है ओ, ते इथे साडे कोल लेंथ कितनी है एल, ए हैगी आ आर्क, ए हैगी साडे कोल आर्क। ते आर्क दा फार्मूला सब नूं पता है कि असी किवें करदे हां, रेडियस नूं एंगल दे नाल मल्टीप्लाई कर दिंदे हां, रेडियस नूं एंगल दे नाल मल्टीप्लाई करके। आर्क दा फार्मूला हुंदा रेडियस इंटू एंगल, रेडियस हो गया एल, एंगल हो गया साडे कोल अल्फा। नाउ ए जिहड़ी आर्क है, जे ते आ एंगल स्मॉल होवे, देन जे इथों असी परपेंडिकुलर ड्रॉ करते हैं बेटा एक, इफ दिस एंगल इज स्मॉल, इथों असी एक परपेंडिकुलर ड्रॉ करिए
जिन्नी लेंथ इस आर्क दी होएगी अप्रोक्सीमेटली ओनी ही लेंथ एदी परपेंडिकुलर दी होएगी, बिकॉज दिस एंगल इज वेरी वेरी स्मॉल। ते जे असी डायग्राम बेटा इस तरह बनाने हैं, मान लो वड्डा करके बनाने असी लाइक दिस, फिर सानू हो सकता है कि आ दोनों जिहड़ी चीजां ने वो डिफरेंट होण। पर जदों एंगल वेरी वेरी स्मॉल होएगा देन लेंथ ऑफ द आर्क कैन बी कंसीडर एज ए परपेंडिकुलर। ਉਹਨੂੰ ਅਸੀਂ ਬਿਲਕੁਲ ਸਟ੍ਰੇਟ ਪਾਥ ਜਿਹੜਾ ਅਸੀਂ ਮੰਨ ਸਕਦੇ ਹਾਂ। ਆਰਕ ਨੂੰ ਬਿਲਕੁਲ ਸਟ੍ਰੇਟ ਕਦੋਂ ਲੈ ਸਕਦੇ ਹਾਂ? ਲੈਂਥ ਨੂੰ, ਆਰਕ ਨੂੰ ਅਸੀਂ ਲੈਂਥ ਲੈ ਸਕਦੇ ਹਾਂ, ਪਰ ਕੰਡੀਸ਼ਨ ਕੀ ਹੈ? ਦਿਸ ਐਂਗਲ ਸ਼ੁੱਡ ਬੀ ਵੈਰੀ ਵੈਰੀ ਸਮਾਲ। ਮੰਨ ਲਓ ਵੀ ਆ ਅਲਫਾ ਸਾਡਾ ਕੀ ਹੈ? ਸਮਾਲ। ਦੈਨ ਜਦੋਂ ਇਸ ਆਰਕ ਨੂੰ ਅਸੀਂ ਲੈਂਥ ਹੀ ਲੈ ਲਈ ਤੇ ਤੁਹਾਡੇ ਕੋਲ ਬੇਟਾ ਆ ਜਿਹੜੀ ਚੀਜ਼ ਹੈ ਇੱਕ ਟ੍ਰਾਈਐਂਗਲ ਬਣ ਜਾਏਗੀ। ਤੇ ਟ੍ਰਾਈਐਂਗਲ ਜਦੋਂ ਬਣ ਜਾਏਗੀ ਤੇ ਟ੍ਰਾਈਐਂਗਲ ਦਾ ਏਰੀਆ ਕੀ ਹੁੰਦਾ ਹੈ? 1/2 ਮਲਟੀਪਲਾਈ ਬਾਈ ਬੇਸ। 1/2 ਨੂੰ ਅਸੀਂ ਕਰਨਾ ਮਲਟੀਪਲਾਈ ਕਰਾਂਗੇ ਬੇਸ। ਬੇਸ ਕਿਹੜਾ ਆ ਗਿਆ? ਸਾਡੇ ਕੋਲ ਆ ਗਿਆ L। 1/2 into L ਤੇ ਮਲਟੀਪਲਾਈ ਬਾਈ ਆਲਟੀਟਿਊਡ। ਆਲਟੀਟਿਊਡ ਦਾ ਫਾਰਮੂਲਾ ਕਿਹੜਾ ਹੈ? ਆ ਵਾਲਾ ਹੈਗੀ ਕੀ ਵੈਸੇ? ਆਰਕ। ਆਰਕ ਕਿੰਨੀ ਸੀ ਸਾਡੇ ਕੋਲ? ਲੈਂਥ ਆਫ ਆਰਕ ਕਿੰਨੀ ਹੁੰਦੀ ਹੈ? L ਅਲਫਾ। ਇਹ ਸਾਡੇ ਕੋਲ ਜਿਹੜਾ ਫਾਰਮੂਲਾ ਆ ਜਾਏਗਾ L ਮਲਟੀਪਲਾਈ ਬਾय L ਅਲਫਾ। ਦਿਸ ਇਜ਼ ਦਾ ਫਾਰਮੂਲਾ ਫॉर ਆਪਣਾ ਆ ਗਿਆ ਏਰੀਆ ਇਨਕਲੋਜ਼ਡ ਬਾय ਦਾ ਕੋਇਲ। ਦੇਅਰਫੋਰ ਇਸ ਤੋਂ ਬਾਅਦ ਅਸੀਂ ਇਹਨੂੰ ਜੇ ਫਰਦਰ ਸੋਲਵ ਕਰਦੇ ਹਾਂ, ਸਾਡੇ ਕੋਲ ਕਿੰਨਾ ਆ ਗਿਆ? 1/2 L ਸਕੁਅਰ ਅਲਫਾ। ਦਿਸ ਇਜ਼ ਦਾ ਏਰੀਆ ਇਨਕਲੋਜ਼ਡ ਬਾय ਦਾ ਕੋਇਲ। ਨਾਓ we know that ਸਾਨੂੰ ਪਤਾ ਹੈ ਕਿ ਫੈਰਾਡੇ ਸੈਕੰਡ ਲਾਅ ਦੇ ਅਕੋਰਡਿੰਗ E is equal to minus d phi by dt। induced EMF ਦੀ ਜਿਹੜੀ ਹੈ ਸਾਨੂੰ ਪਤਾ ਹੈ ਕਿ ਜਿਹੜੀ ਉਹਦੀ ਜਿਹੜੀ ਵੈਲਿਊ ਹੈ it is given by d phi by dt or E is equal to d phi by dt। phi ਦਾ ਫਾਰਮੂਲਾ ਅਸੀਂ ਲਿਖਾਂਗੇ BA। ਮੈਗਨੈਟਿਕ ਫਲਕਸ ਦਾ ਫਾਰਮੂਲਾ ਕਿੰਨਾ ਪਹਿਲਾਂ ਵੀ ਡਿਸਕਸ ਕੀਤਾ BA, ਕਿਉਂਕਿ cos 0 ਕਿੰਨਾ ਹੋ ਜਾਏਗਾ ਸਾਡੇ ਕੋਲ 1। ਇਸ ਤੋਂ ਬਾਅਦ ਮੈਗਨੈਟਿਕ ਫੀਲਡ ਨੂੰ ਵਿੱਚੋਂ ਬਾਹਰ ਕੱਢਤਾ, ਸਾਡੇ ਕੋਲ ਆ ਗਿਆ B, ਅੰਦਰ ਰਹਿ ਗਿਆ ਸਿਰਫ dA by dt। it will become E is equal to minus dA by dt। B ਨੂੰ ਵਿੱਚੋਂ ਅਸੀਂ ਬਾਹਰ ਨਿਕਾਲ ਲਿਆ। ਜੇ ਅਸੀਂ ਸਿਰਫ ਮੈਗਨੀਟਿਊਡ ਲੈ ਕੇ ਚੱਲਣਾ ਹੈ, ਜੇ ਸਿਰਫ ਅਸੀਂ ਜਿਹੜੀ ਕਿੰਨੀ EMF ਦੀ ਜਿਹੜੀ ਵੈਲਿਊ ਦੇਖਣੀ ਹੈ ਤੇ ਅਸੀਂ ਜਿਹੜਾ ਇੱਥੇ ਮਾਈਨਸ ਦਾ ਸਾਈਨ ਜਿਹੜਾ ਇੱਥੋਂ ਆਪਾਂ ਛੱਡ ਦਿੰਦੇ ਆ, ਕਿਉਂਕਿ ਮਾਈਨਸ ਦਾ ਸਾਈਨ ਸਾਨੂੰ ਡਾਇਰੈਕਸ਼ਨ ਦੱਸਦਾ ਹੈ। ਸਾਡੇ ਕੋਲ ਆ ਜਾਏਗਾ B dA by dt ਔਰ E is equal to B ਤੇ ਆਪਣਾ ਜਿਹੜਾ ਹੈ ਏਰੀਆ ਦੀ ਵੈਲਿਊ ਕਿੰਨੀ ਸੀ? 1/2 L ਸਕੁਅਰ ਓਮੇਗਾ। ਅਸੀਂ ਇੱਥੇ ਉਹਦੀ ਵੈਲਿਊ ਜਿਹੜੀ ਹੈ ਅਸੀਂ ਇੱਥੇ ਪੁੱਟ ਕਰ ਦਿੱਤੀ। ਨਾਓ ਕਾਮਨ ਜਿਹੜਾ ਹੈ ਜਿਹਨੂੰ ਨਿਕਾਲਣਾ ਕਾਂਸਟੈਂਟ B ਤੇ ਪਹਿਲਾਂ ਹੀ ਬਾਹਰ ਹੈ, 1/2 ਵੀ ਬਾਹਰ ਆ ਗਿਆ। L ਜਿਹੜਾ ਹੈ ਇਹ ਕਾਂਸਟੈਂਟ ਹੈ ਕਿਉਂਕਿ ਲੈਂਥ ਜਿਹੜੀ ਹੈ ਕੰਡਕਟਰ ਦੀ ਫਿਕਸ ਹੈ, ਇਹਨੂੰ ਬਾਹਰ ਨਿਕਾਲਿਆ। ਅੰਦਰ ਸਾਡੇ ਕੋਲ ਜਿਹੜੀ ਚੀਜ਼ ਬਚੀ ਹੈ d by dt of alpha। what is alpha? angular displacement। alpha ਕਿਹਨੂੰ ਬੋਲਦੇ ਹਾਂ ਅਸੀਂ? angular displacement। this imply E is equal to 1/2 BL square omega। the rate of change of angular displacement, it is angular velocity। ਜਿਸ ਤਰ੍ਹਾਂ rate of change of displacement ਹੋਵੇ ਉਹ velocity ਹੁੰਦੀ ਹੈ, ਇਸ ਤਰ੍ਹਾਂ rate of change of angular velocity ਜਿਹੜੀ ਹੈ angular displacement ਜਿਹੜੀ ਹੈ it will become angular velocity। therefore E will become 1/2 BL square omega। this is the formula for induced EMF। ਇਹ ਸਾਡੀ induced EMF ਹੈ ਜਿਹੜੀ ਇਸ ਰੋਡ ਦੇ ਵਿੱਚ ਜਿਹੜੀ ਹੈ ਉਹ ਪੈਦਾ ਹੋਏਗੀ ਜਦੋਂ ਅਸੀਂ ਰੋਡ ਨੂੰ ਰੋਟੇਟ ਕਰਾਂਗੇ ਯੂਨੀਫਾਰਮ ਮੈਗਨੈਟਿਕ ਫੀਲਡ ਦੇ ਵਿੱਚ। ਕਿੰਨੀ ਐਂਗੂਲਰ ਵੈਲੋਸਿਟੀ ਦੇ ਨਾਲ? ਓਮੇਗਾ ਦੇ ਨਾਲ। then this is the formula for the induced EMF setup in the rod। I think ਤੁਹਾਨੂੰ ਇਹ ਦੋਨੋਂ ਆਰਟੀਕਲ ਜਿਹੜੇ ਮੋਸ਼ਨਲ EMF ਦੇ ਚੰਗੇ ਤਰੀਕੇ ਨਾਲ ਤੁਹਾਨੂੰ ਕਲੀਅਰ ਹੋ ਗਏ ਹੋਣਗੇ।
ਇਹ ਸੀ ਕਿ ਸਾਡਾ ਪਾਰਟ 3। ਜਿਹੜਾ ਲੈਕਚਰ ਸਾਡਾ ਪਾਰਟ 4 ਹੁਣ ਆਏਗਾ, ਇਹਦੇ ਵਿੱਚ ਅਸੀਂ ਹੁਣ ਡਿਸਕਸ ਕਰਨਾ ਹੈ ਵਾਟ ਇਜ਼ ਐਡੀ ਕਰੰਟ। ਐਡੀ ਕਰੰਟ ਕੀ ਚੀਜ਼ ਹੈ, ਉਹਨੂੰ ਅਸੀਂ ਜਿਹੜਾ ਹੈ ਨੈਕਸਟ ਪਾਰਟ ਵਿੱਚ ਡਿਸਕਸ ਕਰਾਂਗੇ, ਤੇ ਨਾਲ ਉਹਦੀਆਂ ਕੁਝ ਜਿਹੜੀਆਂ ਨੇ ਐਪਲੀਕੇਸ਼ਨਸ ਵੀ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।